हाँ जी, वेरी गुड मॉर्निंग बेटा। ਅੱਜ ਅਸੀਂ ਚੈਪਟਰ ਨੰਬਰ 3 ਕਾਸਟ ਸਿਸਟਮ ਜਿਹੜਾ ਹੈ ਉਹ ਅਸੀਂ ਕਰਨਾ ਹੈ। ਠੀਕ ਹੈ, ਕਾਸਟ ਸਿਸਟਮ ਜਿਹੜਾ ਹੈ ਉਹ ਇੰਡੀਅਨ ਸੁਸਾਇਟੀ ਦਾ ਇੱਕ ਕਹਿ ਲਓ ਕਿ ਐਸਾ ਪਾਰਟ ਹੈ ਜਿਹਨੂੰ ਤੁਸੀਂ ਰਿਮੂਵ ਨਹੀਂ ਕਰ ਸਕਦੇ। ਠੀਕ ਹੈ, ਗੱਲਾਂ ਤਾਂ ਬਹੁਤ ਹੁੰਦੀਆਂ ਕਿ ਆਪਾਂ ਜਾਤ ਪਾਤ ਨੂੰ ਨਹੀਂ ਮੰਨਦੇ, ਲੇਕਿਨ ਜਦੋਂ ਰਿਲੀਜਨ ਦੀ ਗੱਲ ਆਉਂਦੀ ਹੈ, ਜਦੋਂ ਆਪਣੀਆਂ ਸੋਸ਼ਲ ਐਕਟੀਵਿਟੀਜ਼ ਜਿਸ ਤਰ੍ਹਾਂ ਮੈਰਿਜ ਹੈ, ਠੀਕ ਹੈ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਅਤੇ ਸਭ ਤੋਂ ਪਹਿਲੇ ਆਪਾਂ ਕਾਸਟ ਜਿਹੜੀ ਹੈ ਉਹ ਅੱਗੇ ਲੈ ਕੇ ਆਉਂਦੇ ਹਾਂ। ਠੀਕ ਹੈ, ਕਾਸਟ ਸਿਸਟਮ ਜਿਹੜਾ ਹੈ ਉਹ ਭਾਰਤੀ ਸਮਾਜ ਦਾ ਇੱਕ ਅਨੋਖਾ ਸੰਸਥਾ ਜਿਹੜੀ ਹੈ ਉਹ ਆਪਾਂ ਕਹਿ ਸਕਦੇ ਹਾਂ। ਬਹੁਤ ਸਾਰੇ ਐਸੇ ਸੰਸਾਰ ਦੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਕਾਸਟ ਸਿਸਟਮ ਹੈ, ਲੇਕਿਨ ਜਿਸ ਹੱਦ ਤੱਕ ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਸ਼ਾਇਦ ਹੀ ਹੋਰ ਕਿਸੇ ਦੇਸ਼ ਦੇ ਵਿੱਚ ਹੁੰਦਾ ਹੋਵੇ। ਪ੍ਰੈਜ਼ੈਂਟ ਟਾਈਮ ਇੰਡੀਆ ਦੇ ਵਿੱਚ ਆਲਮੋਸਟ 3000 ਤੋਂ ਵੱਧ ਜਾਤੀਆਂ ਅਤੇ ਉਪਜਾਤੀਆਂ ਜਿਹੜੀਆਂ ਨੇ ਹੋਂਦ ਵਿੱਚ ਹਨ। ਠੀਕ ਹੈ, ਅੱਛਾ, ਪਹਿਲੇ ਅਸੀਂ ਇਹ ਗੱਲ ਕਰਨ ਤੋਂ ਪਹਿਲੇ ਜੇ ਆਪਾਂ ਇਹਦਾ ਲਿਟਰਲ ਮੀਨਿੰਗ ਕੀ ਹੁੰਦਾ ਆ, ਠੀਕ ਹੈ, ਇਹ ਅਸੀਂ ਪਤਾ ਕਰ ਲਈਏ ਤਾਂ ਇਹ ਜ਼ਿਆਦਾ ਬੈਟਰ ਹੈ। ਠੀਕ ਹੈ, ਜਾਤ ਸ਼ਬਦ ਜਿਹੜਾ ਹੈ ਨਾ ਜਨਮ ਜਾਂ ਜਨਮ ਤੋਂ ਜੁੜਿਆ। ਠੀਕ ਹੈ, ਜਾਤ ਦਾ ਮੀਨਿੰਗ ਹੈ ਕਿ ਜਿਹੜੀ ਜਨਮ ਤੋਂ ਹੀ ਤੁਹਾਡੇ ਨਾਲ ਜੁੜ ਜਾਂਦੀ ਹੈ। ਠੀਕ ਹੈ, ਹੁਣ ਇੱਕ ਸੰਸਕ੍ਰਿਤ ਦਾ ਭਾਸ਼ਾ ਦਾ ਸ਼ਬਦ ਹੈ ਜਾਤ। ਠੀਕ ਹੈ, ਇਹਦੇ ਤੋਂ ਜਾਤੀ ਸ਼ਬਦ ਜਿਹੜਾ ਹੈ ਆਇਆ ਅਤੇ ਜਾਤ ਦਾ ਮੀਨਿੰਗ ਜਿਹੜਾ ਹੈ ਉਹ ਹੈ ਹੀ ਜਨਮ ਹੈ। ਠੀਕ ਹੈ, ਅਤੇ ਇਹਦਾ ਮਤਲਬ ਇਹ ਹੈ ਕਿ ਇਹ ਜਨਮ ਦੇ ਨਾਲ ਹੀ ਜੁੜੀ ਜਾਂਦੀ ਹੈ। ਠੀਕ ਹੈ, ਜਿਸ ਫੈਮਿਲੀ ਦੇ ਵਿੱਚ ਤੁਹਾਡਾ ਜਨਮ ਹੋਇਆ ਔਰ ਉਸ ਫੈਮਿਲੀ ਦੀ ਜਿਹੜੀ ਵੀ ਕਾਸਟ ਹੈ ਉਹ ਤੁਹਾਡੇ ਨਾਲ ਜੁੜ ਜਾਂਦੀ ਹੈ। ਠੀਕ ਹੈ, ਇਹਦਾ ਮਤਲਬ ਇਹ ਹੈ ਕਿ ਕਾਸਟ ਨੂੰ ਇਹ ਇੱਕ ਸਟੇਟਸ ਹੈ ਜਿਹੜਾ ਕਿ ਐਸਕ੍ਰਾਈਬਡ ਹੈ, ਮੀਨਸ ਪ੍ਰਦਤ ਰੁਤਬਾ ਹੈ, ਜਿਹੜਾ ਤੁਹਾਨੂੰ ਆਪਣੀ ਐਫਰਟ ਦੇ ਨਾਲ ਨਹੀਂ ਆਪਣੇ ਆਪ ਹੀ ਮਿਲ ਜਾਂਦਾ। ਠੀਕ ਹੈ, ਇੰਡੀਅਨ ਸੁਸਾਇਟੀ ਦੇ ਅੰਦਰ ਕਾਸਟ ਸਿਸਟਮ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਹਨੂੰ ਪ੍ਰਮੋਟ ਜਿਹੜਾ ਹੈ ਕੀਤਾ ਜਾਂਦਾ ਹੈ ਅਤੇ ਇਹ ਸਾਡੀਆਂ ਨਾ ਸਿਰਫ ਸੋਸ਼ਲ ਐਕਟੀਵਿਟੀਜ਼ ਪਰ ਬਲਕਿ ਜਿਹੜੀਆਂ ਸਾਡੇ ਕਿੱਤਾ ਹੈ, ਚਾਹੇ ਸਾਡੇ ਪਰੰਪਰਾਵਾਂ ਨੇ, ਚਾਹੇ ਸਾਡਾ ਰਿਲੀਜਨ ਹੈ, ਇਹ ਸਾਰੇ ਹੀ ਕਾਸਟ ਸਿਸਟਮ ਦੇ ਆਸੇ ਪਾਸੇ ਘੁੰਮਦੇ ਰਹਿੰਦੇ ਨੇ। ਠੀਕ ਹੈ, ਕਾਸਟ ਸ਼ਬਦ ਜਿਹੜਾ ਹੈ ਉਹ ਪੁਰਤਗਾਲੀ ਸ਼ਬਦ ਹੈ ਕਾਸਟਾ। ਠੀਕ ਹੈ, ਉਹਦੇ ਤੋਂ ਆਇਆ ਹੈ ਅਤੇ ਪੁਰਤਗਾਲੀ ਭਾਸ਼ਾ ਦੇ ਵਿੱਚ ਕਾਸਟਾ ਸ਼ਬਦ ਜਿਹੜਾ ਹੈ ਉਹਦਾ ਭਾਵ ਹੁੰਦਾ ਹੈ ਪ੍ਰਜਾਤੀ ਜਾਂ ਨਸਲ। ਠੀਕ ਹੈ, ਜਦੋਂ ਅਸੀਂ ਡੈਫੀਨੇਸ਼ਨਸ ਦੀ ਗੱਲ ਕਰਦੇ ਹਾਂ ਅਤੇ ਇੱਕ ਡੈਫੀਨੇਸ਼ਨ ਜਿਹੜੀ ਹੈ ਉਹ ਅਸੀਂ ਕੂਲੇ ਦੀ ਡੈਫੀਨੇਸ਼ਨ ਲੈਂਦੇ ਹਾਂ ਕਿ ਜਦੋਂ ਇੱਕ ਵਰਗ ਲਗਭਗ ਪੂਰੀ ਤਰ੍ਹਾਂ ਵੰਸ਼ ਅਨੁਕ੍ਰਮਣ 'ਤੇ ਆਧਾਰਿਤ ਹੁੰਦਾ ਹੈ ਤਾਂ ਅਸੀਂ ਉਸ ਨੂੰ ਜਾਤੀ ਕਹਿੰਦੇ ਹਾਂ। ਮਤਲਬ ਕਹਿੰਦਾ ਇਹ ਹੈ ਕਿ ਜਿਹੜੇ ਲੋਕ ਹੈਰੀਡਿਟਰੀ ਸਾਡੇ ਨਾਲ ਜੁੜੇ ਹੁੰਦੇ ਹਨ ਉਹ ਇੱਕ ਹੀ ਜਾਤ ਨਾਲ ਬਿਲੋਂਗ ਕਰਦੇ ਹਨ। ਬਲੱਡ ਰਿਲੇਟਿਡ ਵੀ ਤੁਸੀਂ ਕਹਿ ਸਕਦੇ ਹੋ ਔਰ ਹੈਰੀਡਿਟਰੀ ਵੀ ਕਹਿ ਸਕਦੇ ਹੋ। ਠੀਕ ਹੈ, ਨੈਕਸਟ ਇੱਕ ਹੋਰ ਪਰਿਭਾਸ਼ਾ ਹੈਗੀ ਹੈ ਮਜ਼ੂਮਦਾਰ ਅਤੇ ਮਦਾਨ ਦੀ। ਇਹ ਕਹਿੰਦੇ ਕਿ ਜਾਤ ਜਿਹੜੀ ਹੈ ਇੱਕ ਬੰਦ ਵਰਗ ਹੈ। ਹਾਂਜੀ, ਨੈਕਸਟ ਬੇਟਾ ਅਸੀਂ ਫੀਚਰਸ ਕਰਾਂਗੇ, ਫੀਚਰਸ ਆਫ ਕਾਸਟ ਸਿਸਟਮ। ਜਦੋਂ ਅਸੀਂ ਕਾਸਟ ਸਿਸਟਮ ਦੀ ਗੱਲ ਕਰਦੇ ਹਾਂ ਅਤੇ ਉਹਦੇ ਵਿੱਚ ਬਹੁਤ ਸਾਰੇ ਫੀਚਰਸ ਜਿਹੜੇ ਨੇ ਇਹ ਸਾਡੇ ਸਾਹਮਣੇ ਆਉਂਦੇ ਆ। ਜਿਸ ਤਰ੍ਹਾਂ ਫਸਟ ਹੈ ਕਿ ਸਮਾਜ ਦੀ ਖੰਡਾਤਮਕ ਵੰਡ। ਖੰਡਾਤਮਕ ਵੰਡ ਦਾ ਮਤਲਬ ਹੈ ਕਿ ਸਮਾਜ ਨੂੰ ਖੰਡਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਕਾਸਟ ਸਿਸਟਮ ਦੇ ਵਿੱਚ। ਠੀਕ ਹੈ, ਜਿਵੇਂ ਅਸੀਂ ਪੜ੍ਹਿਆ ਹੈ ਕਿ ਹਿੰਦੂ ਰਿਲੀਜਨ ਦੇ ਵਿੱਚ ਜਿਹੜੀ ਜਾਤੀ ਸਿਸਟਮ ਹੈ ਉਹ 4 ਪਾਰਟਸ ਵਿੱਚ ਡਿਵਾਈਡ ਹੈ। ਠੀਕ ਹੈ, ਜਿਸ ਤਰ੍ਹਾਂ ਬ੍ਰਾਹਮਣ, ਖੱਤਰੀ, ਵੈਸ਼ ਐਂਡ ਸ਼ੂਦਰ। ਠੀਕ ਹੈ, ਹੁਣ ਜਿਉਂ-ਜਿਉਂ
ਕਾਸਟ ਜਿਹੜੀ ਹੈ ਉਹ ਹਾਇਰ ਹੁੰਦੀ ਜਾਏਗੀ, ਉਹਦੀ ਜਿਹੜੀ ਪਾਪੂਲੈਰਿਟੀ ਹੈ ਜਾਂ ਜਿਹੜਾ ਮਾਣ ਤਾਣ ਹੈ ਉਹ ਵੱਧਦਾ ਜਾਏਗਾ। ਜਿਉਂ ਕਾਸਟ ਜਿਹੜੀ ਹੈ ਘਟਦੀ ਜਾਏਗੀ, ਠੀਕ ਹੈ, ਉਹਦਾ ਮਾਣ ਔਰ ਉਹਦੀ ਇੰਪੋਰਟੈਂਸ ਜਿਹੜੀ ਹੈ ਉਨੀ ਹੀ ਘਟਦੀ ਜਾਏਗੀ। ਠੀਕ ਹੈ, ਜਿਸ ਤਰ੍ਹਾਂ ਬ੍ਰਾਹਮਣ ਸਭ ਤੋਂ ਇੰਪੋਰਟੈਂਟ ਜਾਤ ਜਿਹੜੀ ਹੈ ਮੰਨੀ ਜਾਂਦੀ ਹੈ, ਔਰ ਸਭ ਤੋਂ ਲੋ ਜਿਹੜੇ ਸ਼ੂਦਰ ਹਨ ਉਹਨਾਂ ਨੂੰ ਮੰਨਿਆ ਜਾਂਦਾ ਹੈ। ਠੀਕ ਹੈ, ਹੁਣ ਅਲੱਗ-ਅਲੱਗ ਖੰਡਾਂ ਦੇ ਵਿੱਚ ਸਮਾਜ ਦੀ ਵੰਡ ਜਿਹੜੀ ਹੈ ਉਹ ਹੋਈ ਹੈ, ਜਿਹਦੇ ਕਰਕੇ ਉਹ ਜਿਹੜੇ ਖੰਡ ਦੇ ਲੋਕ ਨੇ, ਮੀਨਸ ਇੱਕ ਹੀ ਜਾਤ ਦੇ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਕਹਿ ਲਓ ਕਿ ਬੱਝੇ ਰਹਿੰਦੇ ਨੇ। ਠੀਕ, ਕਰਤੱਵ ਔਰ ਨੈਤਿਕ ਕਰਤੱਵ ਔਰ ਜਿਹੜੇ ਰੂਲਸ ਰੈਗੂਲੇਸ਼ਨਸ ਹਰ ਕਾਸਟ ਦੇ ਹੁੰਦੇ ਆ, ਉਹ ਕਾਸਟ ਨਾਲ ਬਿਲੋਂਗ ਕਰਨ ਵਾਲੇ ਲੋਕਾਂ ਨੂੰ ਮੰਨਣੇ ਪੈਂਦੇ ਆ। ਠੀਕ ਹੈ, ਜਿਹਦੇ ਕਰਕੇ ਸਮਾਜ ਦੇ ਵਿੱਚ ਸਮਾਜਿਕ ਭਾਵਨਾ ਜਿਹੜੀ ਹੈ ਉਹ ਤਾਂ ਪੈਦਾ ਹੁੰਦੀ ਹੈ, ਲੇਕਿਨ ਇਹ ਸੀਮਿਤ ਹੋ ਜਾਂਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇੱਕ ਹੀ ਜਾਤ ਨਾਲ ਬਿਲੋਂਗ ਕਰਨ ਵਾਲੇ ਲੋਕ ਜਿਹੜੇ ਨੇ ਉਹ ਆਪਣੀ ਹੀ ਜਾਤ ਦੇ ਪ੍ਰਤੀ ਜ਼ਿਆਦਾ ਫੇਥਫੁਲ ਹੋ ਜਾਂਦੇ ਨੇ ਦੈਨ ਨੇਸ਼ਨ। ਠੀਕ ਹੈ, ਨੈਕਸਟ ਆ ਗਿਆ ਪਦ ਤਰਤੀਬ ਕ੍ਰਮ, ਮੀਨਸ ਕਿ ਜਾਤੀ ਵਿਵਸਥਾ ਦੇ ਵਿੱਚ ਜਦੋਂ ਅਸੀਂ ਖੰਡਾਂ ਦੇ ਵਿੱਚ ਵੰਡ ਦਿੰਦੇ ਹਾਂ ਸਮਾਜ ਨੂੰ, ਅਤੇ ਇਹਦੇ ਵਿੱਚ ਊਚ ਨੀਚ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਹੁੰਦੀ ਹੈ, ਜਿਹਦੇ ਕਰਕੇ ਉਤਾਰ ਚੜਾਵ ਦਾ ਕ੍ਰਮ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਜਿਸ ਤਰ੍ਹਾਂ ਹੁਣੇ ਅਸੀਂ ਗੱਲ ਕੀਤੀ ਕਿ ਬ੍ਰਾਹਮਣ, ਖੱਤਰੀ, ਫਿਰ ਵੈਸ਼ ਔਰ ਸ਼ੂਦਰ, ਇਹ ਚਾਰੋਂ ਹੀ ਜਾਤਾਂ ਜਿਹੜੀਆਂ ਨੇ ਇਹ ਆਪਣੇ ਆਪਣੇ ਕਹਿ ਲਓ ਕਿ ਜਿਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ, ਠੀਕ ਹੈ, ਆਪਾਂ ਅੱਗੇ ਅੱਗੇ ਤੁਰਦੇ ਹਾਂ ਅਤੇ ਉਹਦੀ ਇੰਪੋਰਟੈਂਸ ਜਿਹੜੀ ਉਨੀ ਵੱਧਦੀ ਹੈ। ਅਤੇ ਇਸ ਤਰ੍ਹਾਂ ਹੀ ਜਦੋਂ ਕਾਸਟ ਜਿਹੜੀ ਹੈ ਉਹ ਜਿੰਨੀ ਜ਼ਿਆਦਾ ਹਾਇਰ ਹੋਏਗੀ ਉਨੀ ਹੀ ਜ਼ਿਆਦਾ ਉਹਦੀ ਇੰਪੋਰਟੈਂਸ ਜਿਹੜੀ ਹੈ ਵੱਧਦੀ ਹੈ। ਠੀਕ ਹੈ, ਇਹ ਉਤਾਰ ਚੜਾਅ ਦੇ ਕ੍ਰਮ ਦੇ ਨਾਲ ਅਸੀਂ ਇਹ ਦੇਖਦੇ ਹਾਂ ਕਿ ਲੋਕ ਜਿਹੜੇ ਨੇ ਇੱਕ ਦੂਜੇ ਦੇ ਨਾਲ ਊਚ ਨੀਚ ਦੀ ਭਾਵਨਾ ਜਿਹੜੀ ਹੈ ਉਹ ਵੀ ਰੱਖਦੇ ਨੇ। ਠੀਕ ਹੈ, ਹੁਣ ਇਹਦੇ ਨਾਲ ਨਾਲ ਜਿਹੜੇ ਸੋਸ਼ਲ ਰਿਲੇਸ਼ਨਸ ਨੇ ਉਹ ਵੀ ਸੀਮਿਤ ਹੋ ਕੇ ਰਹਿ ਜਾਂਦੇ ਆ। ਠੀਕ ਹੈ, ਨੈਕਸਟ ਆ ਗਿਆ ਭੋਜਨ ਬੰਧਨ, ਕਿ ਹਰ ਜਾਤ ਜਿਹੜੀ ਹੈ ਨਾ ਉਹ ਇੱਕ ਦੂਜੇ ਨਾਲ ਊਚ ਨੀਚ ਦੇ ਬੰਧਨ ਦੇ ਨਾਲ ਬੰਨੀ ਹੋਈ ਹੈ, ਔਰ ਆਪਸ ਦੇ ਵਿੱਚ ਇਹ ਲੋਕ ਭਾਈਚਾਰੇ ਨਾਲ ਔਰ ਪਿਆਰ ਨਾਲ ਰਹਿੰਦੇ ਨੇ। ਠੀਕ ਹੈ, ਕਹਿਣ ਦਾ ਮਤਲਬ ਇਹ ਹੈ ਕਿ ਜਾਤ ਦੇ ਲੋਕਾਂ ਦੇ ਵਿੱਚ, ਇੱਕ ਹੀ ਜਾਤ ਦੇ ਲੋਕਾਂ ਦੇ ਵਿੱਚ ਉਹੀ ਫੀਲਿੰਗ ਜਿਹੜੀ ਹੈ ਪਾਈ ਜਾਂਦੀ ਹੈ। ਠੀਕ ਹੈ, ਨੈਕਸਟ ਆ ਗਿਆ ਸਮਾਜਿਕ ਧਾਰਮਿਕ ਅਤੇ ਧਾਰਮਿਕ ਯੋਗਤਾ। ਹੁਣ ਹਰ ਜਾਤ ਜਿਹੜੀ ਹੈ ਉਹ ਕੁਛ ਰੂਲਸ ਰੈਗੂਲੇਸ਼ਨਸ ਦੇ ਨਾਲ ਬੱਝੀ ਹੈ, ਜਿਹਦੇ ਕਰਕੇ ਉਹਨਾਂ ਨੂੰ ਦੂਸਰੀਆਂ ਜਾਤਾਂ ਦੇ ਨਾਲ ਕੁਛ ਰੂਲਸ ਫੋਲੋ ਕਰਨੇ ਪੈਂਦੇ ਹਨ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਆਪਾਂ ਬ੍ਰਾਹਮਣ ਕਾਸਟ ਦੀ ਗੱਲ ਕਰਦੇ ਹਾਂ, ਅਤੇ ਉਹ ਬ੍ਰਾਹਮਣ ਜਿਹੜੇ ਨੇ ਉਹ ਦੂਸਰੀਆਂ ਜਾਤਾਂ ਦੇ ਲੋਕਾਂ ਦੀ ਭੋਜਨ ਜਿਹੜਾ ਹੈ ਨਹੀਂ ਛਕ ਸਕਦੇ। ਠੀਕ ਹੈ, ਔਰ ਛੋਟੀਆਂ ਜਿਹੜੀਆਂ ਜਾਤਾਂ ਨੇ ਉਹ ਇਵਨ ਕਿ ਉਹਨਾਂ ਨੂੰ ਜਿਹੜੇ ਮੰਦਿਰ ਨੇ ਉਹਨਾਂ ਦੇ ਵਿੱਚ ਜਾਣ ਦੀ ਪਰਮਿਸ਼ਨ ਜਿਹੜੀ ਹੈ ਨਹੀਂ ਹੈ। ਠੀਕ ਹੈ, ਹੁਣ ਇਹ ਯੋਗਤਾਵਾਂ ਜਿਹੜੀਆਂ ਨੇ ਇਹ ਕਾਸਟ ਸਿਸਟਮ ਦੇ ਕਰਕੇ ਹੀ ਆਈਆਂ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਬਿਨਾਂ ਰੋਕ ਟੋਕ 'ਤੇ ਕਿੱਤੇ ਦੀ ਚੋਣ ਦੀ ਘਾਟ, ਕਿ ਕਾਸਟ ਸਿਸਟਮ ਜਿਹੜੀ ਜਿੱਥੇ ਜਾਤੀ ਵਿਵਸਥਾ ਹੈ, ਜਾਤੀ ਦਾ ਮਤਲਬ ਹੈ ਕਿ ਕੰਮ ਜਿਹੜਾ ਹੈ ਨਿਰਧਾਰਿਤ ਹੁੰਦਾ ਹੈ। ਠੀਕ ਹੈ, ਜਾਤ ਦੇ ਅਕੋਰਡਿੰਗ ਜਿਹੜਾ ਹੈ ਉਹ ਕੰਮ ਜਿਹੜਾ ਹੈ ਉਹ ਵਿਅਕਤੀ ਨੂੰ ਮਿਲਦਾ ਹੈ। ਫੋਰ ਐਗਜ਼ਾਮਪਲ ਜਿਹੜਾ ਸੁਨਿਆਰਾ ਹੈ ਉਹਨੇ ਸੁਨਿਆਰੇ ਦਾ ਕੰਮ ਹੀ ਕਰਨਾ, ਜਿਹੜਾ ਚਮਿਆਰ ਹੈ ਉਹਨੇ ਚਮਿਆਰ ਦਾ ਕੰਮ ਹੀ ਕਰਨਾ ਹੈ। ਠੀਕ ਹੈ, ਹੁਣ ਬਿਨਾਂ ਰੋਕ ਟੋਕ ਤੋਂ ਕੋਈ ਵੀ ਵਿਅਕਤੀ ਜਿਹੜਾ ਹੈ ਆਪਣਾ ਕੰਮ ਜਿਹੜਾ ਹੈ ਜਾਂ ਕਿੱਤਾ ਜਿਹੜਾ ਹੈ ਉਹ ਚੇਂਜ ਨਹੀਂ ਕਰ ਸਕਦਾ। ਇਹ ਕਹਿ ਲਓ ਕਿ ਰਿਸਟ੍ਰਿਕਸ਼ਨ ਹੈ ਕਾਸਟ ਸਿਸਟਮ ਦੀ। ਇਹ ਪਹਿਲੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਸੀ, ਲੇਕਿਨ ਅੱਜ ਕੱਲ੍ਹ ਮਤਲਬ ਐਜੂਕੇਸ਼ਨ ਆਉਣ ਦੇ ਕਰਕੇ, ਪ੍ਰੋਫੈਸ਼ਨਲ ਡਿਗਰੀਜ਼ ਆਉਣ ਦੇ ਕਰਕੇ ਇਹ ਜ਼ਿਆਦਾ ਇੰਨੀ ਗੱਲ ਜਿਹੜੀ ਹੈ ਉਹ ਨਹੀਂ ਲੋਕ ਇਹਨੂੰ ਫੋਲੋ ਨਹੀਂ ਕਰਦੇ। ਲੇਕਿਨ ਇੱਕ ਫੀਚਰ ਹੈ ਕਿ
ਕਾਸਟ ਦੇ ਅਕੋਰਡਿੰਗ ਹੀ ਕੰਮ ਜਿਹੜਾ ਹੈ ਉਹ ਕੀਤਾ ਜਾਏਗਾ। ਨੈਕਸਟ ਆ ਗਿਆ ਵਿਆਹ ਸੰਬੰਧੀ ਰੋਕ। ਕਾਸਟ ਸਿਸਟਮ ਦੀ ਸਭ ਤੋਂ ਜ਼ਿਆਦਾ ਰੋਲ ਜਿਹੜਾ ਹੈ ਉਹ ਮੈਰਿਜ ਸਿਸਟਮ ਦੇ ਵਿੱਚ ਹੈ, ਠੀਕ ਹੈ, ਕਿਉਂਕਿ ਮੈਰਿਜ ਜਿਹੜੀ ਹੈ ਉਹ ਅੰਤਰ ਜਾਤੀ ਵਿਆਹ ਹੀ ਹੁੰਦੀ ਹੈ, ਠੀਕ ਹੈ। ਕੁਛ ਐਸੀਆਂ ਜਾਤੀਆਂ ਹਨ ਜਿਨ੍ਹਾਂ ਦੇ ਵਿੱਚ ਅਨੁਲੋਮ ਜਾਂ ਪ੍ਰਤੀਲੋਮ ਵਿਆਹ ਜਿਹੜੇ ਨੇ ਹੁੰਦੇ ਹਨ। ਮੀਨਸ ਕਿ ਇੱਕ ਜਾਤ ਜਿਹੜੀ ਹੈ ਨੀਵੀਂ ਜਾਂ ਆਪਣੀ ਉੱਚੀ ਜਾਤ ਦੇ ਲੜਕਾ ਜਾਂ ਲੜਕੀ ਨੂੰ ਵਿਆਹ ਜਿਹੜੀ ਕਰਦੇ ਹਨ, ਲੇਕਿਨ ਇਹ ਬਹੁਤ ਰੇਅਰ ਹੈ, ਠੀਕ ਹੈ। ਲੇਕਿਨ ਸਟ੍ਰਿਕਟਲੀ ਇਸ ਚੀਜ਼ ਨੂੰ ਫੋਲੋ ਜਿਹੜਾ ਹੈ ਉਹ ਕਰਵਾਇਆ ਜਾਂਦਾ ਹੈ ਕਿ ਜਾਤ ਜਿਹੜੀ ਹੈ ਵਿਆਹ ਜਿਹੜਾ ਹੈ ਆਪਣੀ ਹੀ ਜਾਤ ਦੇ ਵਿੱਚ ਕਰਵਾਇਆ ਜਾਏਗਾ, ਠੀਕ ਹੈ। ਨੈਕਸਟ ਆ ਗਿਆ ਬੇਟਾ ਫੰਕਸ਼ਨਸ ਆਫ ਕਾਸਟ ਸਿਸਟਮ, ਕਿ ਕਾਸਟ ਸਿਸਟਮ ਜਿਹੜਾ ਹੈ ਉਹ ਸਮਾਜ ਦੇ ਅੰਦਰ ਕੀ ਰੋਲ ਪਲੇ ਕਰਦਾ ਹੈ। ਦੇਖੋ ਜਦੋਂ ਆਪਾਂ ਰੋਲ ਦੀ ਗੱਲ ਕਰਦੇ ਹਾਂ ਤਾਂ ਰੋਲ ਜਿਹੜਾ ਹੈ ਨਾ ਉਹਨੂੰ ਆਪਾਂ ਦੋ ਕੈਟਾਗਰੀਜ਼ ਦੇ ਵਿੱਚ ਵੰਡਣਾ। ਇੱਕ ਤਾਂ ਵਿਅਕਤੀਗਤ ਜੀਵਨ ਦੇ ਵਿੱਚ ਇਹਦਾ ਕੀ ਇੰਪੋਰਟੈਂਸ ਹੈ, ਔਰ ਇੱਕ ਦੂਸਰਾ ਹੈ ਕਿ ਸਮਾਜਿਕ ਜੀਵਨ ਦੇ ਵਿੱਚ ਕਾਸਟ ਸਿਸਟਮ ਦਾ ਕੀ ਰੋਲ ਹੈ, ਠੀਕ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਵਿਅਕਤੀਗਤ ਜੀਵਨ ਦੇ ਵਿੱਚ ਸਾਡੀ ਪਰਸਨਲ ਜਿਹੜੀ ਲਾਈਫ ਹੈ ਉਹਦੇ ਵਿੱਚ ਕਾਸਟ ਸਿਸਟਮ ਜਿਹੜਾ ਹੈ ਉਹ ਕਿਸ ਤਰ੍ਹਾਂ ਹੈਲਪ ਕਰਦਾ ਹੈ। ਜਿਵੇਂ ਫਸਟ ਆਪਾਂ ਗੱਲ ਕਰੀਏ ਕਿ ਮਾਨਸਿਕ ਸੁਰੱਖਿਆ, ਜਿਸ ਤਰ੍ਹਾਂ ਅਸੀਂ ਲੋਕ ਆਪਣੀ ਕਾਸਟ ਦੇ ਲੋਕਾਂ ਨੂੰ ਆਪਣੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਕੀ ਸਿਕਿਉਰ ਫੀਲ ਕਰਦੇ ਹਾਂ, ਠੀਕ ਹੈ। ਹੁਣ ਇਸੇ ਰੀਜ਼ਨ ਕਰਕੇ ਇੰਟਰਕਾਸਟ ਮੈਰਿਜਿਸ ਜਿਹੜੀਆਂ ਕੀਤੀਆਂ ਜਾਂਦੀਆਂ, ਕਿਉਂਕਿ ਇੱਕ ਲੜਕਾ ਜਾਂ ਲੜਕੀ ਜਿਹੜੇ ਹਨ ਉਹ ਹੋਲ ਲਾਈਫ ਆਪਣੇ ਹੀ ਕਲਚਰ ਦੇ ਵਿੱਚ ਪਲੇ ਹੁੰਦੇ ਆ, ਅਤੇ ਉਹਨਾਂ ਨੂੰ ਦੂਜੇ ਦੇ ਕਲਚਰ ਦਾ ਜਾਂ ਰੂਲਸ ਰੈਗੂਲੇਸ਼ਨਸ ਦਾ ਪਤਾ ਨਹੀਂ ਹੁੰਦਾ, ਜਿਹਦੇ ਕਰਕੇ ਉਹ ਆਪਣੇ ਆਪ ਨੂੰ ਆਪਣੀ ਹੀ ਜਾਤ ਦੇ ਲੋਕਾਂ ਦੇ ਵਿੱਚ ਹੈਪੀ ਫੀਲ ਕਰਦੇ ਆ, ਠੀਕ ਹੈ, ਔਰ ਦੂਸਰੀ ਜਾਤ ਦੇ ਲੋਕਾਂ ਦੇ ਵਿੱਚ ਕੀ ਆਪਣੇ ਆਪ ਇਨਸਿਕਿਉਰ ਫੀਲ ਕਰਦੇ ਆ, ਠੀਕ ਹੈ। ਨੈਕਸਟ ਹੈ ਸਮਾਜਿਕ ਸਥਿਤੀ ਦਾ ਨਿਸ਼ਚਿਤ ਹੋਣਾ। ਹਰ ਵਿਅਕਤੀ ਨੂੰ ਪਤਾ ਹੁੰਦਾ ਕਿ ਮੇਰੀ ਕਾਸਟ ਕੀ ਹੈ ਔਰ ਮੇਰਾ ਸਟੇਟਸ ਕੀ ਹੈ, ਮੇਰਾ ਰੋਲ ਕੀ ਹੈ, ਉਹਦੇ ਅਕੋਰਡਿੰਗ ਉਹਨੇ ਆਪਣੀ ਪਰਫੋਰਮੈਂਸ ਜਿਹੜੀ ਹੈ ਉਹ ਦੇਣੀ ਹੈ, ਠੀਕ ਹੈ। ਨੈਕਸਟ ਆ ਗਿਆ ਸਮਾਜਿਕ ਸੁਰੱਖਿਆ, ਕਿ ਇਹ ਸੋਸ਼ਲ ਸਿਕਿਉਰਿਟੀ ਦਾ ਕੰਮ ਵੀ ਕਰਦੀ ਹੈ। ਦੇਖੋ ਨਾ, ਜਿਸ ਤਰ੍ਹਾਂ ਜਦੋਂ ਅਸੀਂ ਇੱਕ ਕਾਸਟ ਨਾਲ ਸੰਬੰਧਿਤ ਹਾਂ ਅਤੇ ਅਸੀਂ ਆਪਣੀ ਕਾਸਟ ਦੀ ਵੈਲਫੇਅਰ ਦੇ ਲਈ ਰਲ ਮਿਲ ਕੇ ਕੰਮ ਕਰਾਂਗੇ, ਦੂਸਰੀ ਲੋਕ ਆਪਣੀ ਜਾਤ ਦੇ ਵਿੱਚ ਰਹਿ ਕੇ ਸਹੀ ਤਰੀਕੇ ਨਾਲ ਕੰਮ ਕਰਨਗੇ। ਇਹਦੇ ਨਾਲ ਕੀ ਹੈ ਸੋਸ਼ਲ ਡਿਸਟੈਂਸਿੰਗ ਤਾਂ ਚਲੋ ਵੱਧਦੀ ਹੈ, ਲੇਕਿਨ ਸੋਸ਼ਲ ਸਿਕਿਉਰਿਟੀ ਇਸ ਕਰਕੇ ਰਹਿੰਦੀ ਹੈ ਕਿ ਆਪਸ ਦੀ ਫਾਇਦੇ ਦੇ ਲਈ ਇਹ ਲੋਕ ਇੱਕ ਦੂਜੇ ਦੇ ਨਾਲ ਕੀ ਹੈ ਮਿਸਅੰਡਰਸਟੈਂਡਿੰਗਸ ਕ੍ਰੀਏਟ ਨਹੀਂ ਕਰਦੇ, ਔਰ ਨਾ ਹੀ ਇਹ ਇੱਕ ਦੂਜੇ ਦੇ ਨਾਲ ਮਤਲਬ ਇਹਨਾਂ ਦੇ ਵਿੱਚ ਕੋਈ ਮਤਭੇਦ ਜਿਹੜਾ ਹੈ ਹੁੰਦਾ ਹੈ, ਠੀਕ ਹੈ। ਨੈਕਸਟ ਆ ਗਿਆ ਕਿੱਤੇ ਵਿੱਚ ਨਿਪੁੰਨਤਾ, ਕਿ ਇੱਕ ਪਰਸਨ ਜਿਸ ਤਰ੍ਹਾਂ ਹੁਣੇ ਅਸੀਂ ਗੱਲ ਕੀਤੀ ਕਿ ਇੱਕ ਕਾਸਟ ਨਾਲ ਬਿਲੋਂਗ ਵਿਅਕਤੀ ਜਿਹੜਾ ਹੈ ਉਹ ਆਪਣੀ ਹੀ ਕਾਸਟ ਨਾਲ ਸੰਬੰਧਿਤ ਕੰਮ ਜਿਹੜਾ ਹੈ ਕਰੇਗਾ, ਠੀਕ ਹੈ ਨਾ। ਹੁਣ ਇੱਕ ਬੱਚਾ ਜਿਹੜਾ ਇੱਕ ਕਾਸਟ ਦੇ ਨਾਲ ਬਿਲੋਂਗ ਕਰਦਾ ਹੈ, ਫੋਰ ਐਗਜ਼ਾਮਪਲ ਸੁਨਿਆਰਾ ਆ, ਠੀਕ ਹੈ। ਹੁਣ ਸੁਨਿਆਰਾ ਦਾ ਜਿਹੜਾ ਬੱਚਾ ਹੈ ਉਹ ਸ਼ੁਰੂ ਤੋਂ ਹੀ ਆਪਣੇ ਫਾਦਰ ਦੇ ਨਾਲ ਉਹ ਜੋ ਟੈਕਟ ਹੁੰਦੇ ਨੇ, ਜੋ ਟ੍ਰਿਕਸ ਹੁੰਦੀਆਂ ਨੇ ਕੰਮ ਕਰਨ ਦੀਆਂ, ਉਹ ਆਪਣੇ ਆਪ ਹੀ ਸਿੱਖ ਲੇਗਾ, ਠੀਕ ਹੈ। ਜਿਹਦੇ ਕਰਕੇ ਉਹਨੂੰ ਕਹਿ ਲਓ ਕਿ ਪ੍ਰੋਫੈਸ਼ਨਲ ਜਿਹੜੀ ਸਕਿੱਲ ਹੈ ਉਹ ਆਪਣੇ ਆਪ ਹੀ ਆ ਜਾਂਦੀ, ਉਹਦੇ ਵਿੱਚ ਉਹਨੂੰ ਕੋਈ ਖਾਸ ਡਿਗਰੀ ਵਗੈਰਾ ਕਰਨ ਦੀ ਵੀ ਜ਼ਰੂਰਤ ਜਿਹੜੀ ਹੈ ਨਹੀਂ ਹੈ। ਜੀਵਨ ਸਾਥੀ ਦੀ ਚੋਣ ਸਭ ਤੋਂ ਮੇਨ ਇੰਪੋਰਟੈਂਟ ਰੋਲ ਜਿਹੜਾ ਹੈ ਕਾਸਟ ਸਿਸਟਮ ਦਾ, ਤਾਂ ਇਹੀ ਆ ਕਿ ਤੁਸੀਂ ਆਪਣਾ ਜਿਹੜਾ ਮੇਟ ਹੈ, ਠੀਕ ਹੈ, ਉਹ ਆਪਣੀ ਹੀ ਕਾਸਟ ਦੇ ਵਿੱਚ ਲੱਭਦੇ ਹੋ, ਜਿਹਦੇ ਕਰਕੇ ਤੁਹਾਨੂੰ ਜ਼ਿਆਦਾ ਟੈਨਸ਼ਨ ਜਿਹੜੀ ਹੈ ਉਹ ਲੈਣ ਦੀ ਜ਼ਰੂਰਤ ਨਹੀਂ ਪੈਂਦੀ, ਠੀਕ ਹੈ। ਨੈਕਸਟ ਹੈ ਮਨੋਰੰਜਨ। ਕਾਸਟ ਸਿਸਟਮ ਜਿਹੜਾ ਹੈ ਆਪਣੀ ਹੀ ਜਾਤ ਦੇ ਲੋਕ ਜਿਹੜੇ ਨੇ ਉਹਨਾਂ ਦਾ ਆਪਣਾ ਹੀ ਅਲੱਗ ਕਲਚਰ ਹੁੰਦਾ ਹੈ, ਅਤੇ ਕਲਚਰ ਨੂੰ ਆਪਟ ਕਰਦੇ ਹੋਏ ਬਹੁਤ ਸਾਰੀਆਂ ਮਨੋਰੰਜਨ ਨਾਲ ਸੰਬੰਧਿਤ ਕੁਛ ਰੀਤੀ ਰਿਵਾਜ਼ ਜਿਹੜੇ ਨੇ ਹੁੰਦੇ ਨੇ, ਜਿਹੜੇ ਕਿ ਹਰ ਜਾਤ ਜਿਹੜੀ ਹੈ ਫੋਲੋ ਕਰਦੀ ਹੈ, ਠੀਕ ਹੈ। ਨਿਯੰਤਰਿਤ ਵਿਵਹਾਰ ਵੀ ਹੈ ਕਿ ਕਾਸਟ ਸਿਸਟਮ ਕੀ ਹੈ ਸਾਡੇ ਪਰਸਨਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕੰਟਰੋਲ ਕਰਕੇ ਰੱਖਦਾ ਹੈ, ਔਰ ਕਹਿ ਲਓ ਕਿ ਸਾਨੂੰ ਇੰਨਾ ਜ਼ਿਆਦਾ ਪੰਚੁਅਲ ਬਣਾ ਕੇ ਰੱਖਦਾ ਹੈ, ਚਾਹੇ ਉਹ ਸਾਡਾ ਪ੍ਰੋਫੈਸ਼ਨ ਹੈ, ਚਾਹੇ ਸਾਡਾ ਲਾਈਫ ਸਟਾਈਲ ਹੈ, ਚਾਹੇ ਸਾਡੀਆਂ ਵਿਅਕਤੀਗਤ ਜਾਂ ਸਮਾਜਿਕ ਗਤੀਵਿਧੀਆਂ ਨੇ, ਠੀਕ ਹੈ।
ਉਹਨਾਂ ਨੂੰ ਕੰਟਰੋਲ ਕਰਕੇ ਰੱਖਣ ਦਾ ਕੰਮ ਜਿਹੜਾ ਹੈ ਉਹ ਕਾਸਟ ਸਿਸਟਮ ਕਰਦੀ ਹੈ। ਖੂਨ ਦੀ ਸ਼ੁੱਧਤਾ ਬਣਾਏ ਰੱਖਣ ਦੇ ਲਈ ਕਾਸਟ ਸਿਸਟਮ ਮੇਨ ਰੋਲ ਪਲੇ ਕਰਦੀ ਹੈ। ਠੀਕ ਹੈ, ਉਸ ਤੋਂ ਬਾਅਦ ਕਿੱਤੀ ਰਾਜਾਂ ਨੂੰ ਗੁਪਤ ਰੱਖਣਾ ਕਿ ਹਰ ਕਾਸਟ ਜਿਹੜੀ ਹੈ ਉਹਦਾ ਕੋਈ ਨਾ ਕੋਈ ਜਿਹੜਾ ਸਪੈਸੀਫਿਕ ਕੰਮ ਹੈ, ਉਸ ਕੰਮ ਨਾਲ ਸੰਬੰਧਿਤ ਜਿਹੜੇ ਸੀਕਰੇਟਸ ਹੁੰਦੇ ਨੇ, ਠੀਕ ਹੈ, ਉਹ ਜਾਤੀ ਸਿਸਟਮ ਜਿਹੜਾ ਹੈ ਉਹ ਮੇਨਟੇਨ ਕਰਕੇ ਰੱਖਦੀ ਹੈ। ਠੀਕ ਹੈ, ਸੰਘਰਸ਼ਾਂ ਤੋਂ ਰੱਖਿਆ। ਹੁਣੇ ਆਪਾਂ ਗੱਲ ਕੀਤੀ ਕਿ ਇੱਕ ਜਾਤ ਦੇ ਲੋਕ ਆਪਸ ਦੇ ਵਿੱਚ ਪਿਆਰ, ਮਾਣ, ਸਤਿਕਾਰ ਦੇ ਨਾਲ ਰਹਿੰਦੇ ਨੇ, ਜਿਹਦੇ ਕਰਕੇ ਜਿਹੜੀਆਂ ਮਤਭੇਦ ਜਿਹੜੇ ਹਨ ਉਹ ਖਤਮ ਹੋ ਜਾਂਦੇ ਨੇ। ਠੀਕ ਹੈ, ਇਸ ਤੋਂ ਇਲਾਵਾ ਅਸੀਂ ਜਦੋਂ ਆਪਾਂ ਸਮਾਜਿਕ ਜੀਵਨ ਦੀ ਗੱਲ ਕਰਦੇ ਹਾਂ ਕਿ ਸਮਾਜਿਕ ਜੀਵਨ ਦੇ ਵਿੱਚ ਕਾਸਟ ਸਿਸਟਮ ਦਾ ਕੀ ਰੋਲ ਹੈ, ਏਕਤਾ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਨੋ ਡਾਊਟ ਕਿ ਖੰਡਾਂ ਦੇ ਵਿੱਚ ਵੰਡਿਆ ਜਾਂਦਾ ਹੈ, ਲੇਕਿਨ ਹਰ ਖੰਡ ਜਿਹੜਾ ਹੈ ਆਪਸ ਦੇ ਵਿੱਚ ਤਾਂ ਪਿਆਰ ਨਾਲ ਰਹਿੰਦਾ ਹੀ ਹੈ ਨਾ। ਠੀਕ ਹੈ, ਨੈਕਸਟ ਹੈਗਾ ਕਿਰਤ ਵੰਡ ਦੀ ਵਿਵਸਥਾ ਕਿ ਹਰ ਵਿਅਕਤੀ ਨੂੰ ਪਤਾ ਹੈ ਕਿ ਮੇਰੀ ਕਾਸਟ ਦਾ ਕੰਮ ਕੀ ਹੈ ਔਰ ਮੈਂ ਕੰਮ ਕਿਹੜਾ ਕਰਨਾ ਹੈ, ਔਰ ਉਹ ਹੀ ਬਚਪਨ ਤੋਂ ਲੈ ਕੇ ਲਾਸਟ ਤੱਕ ਉਹ ਪਰਫੈਕਸ਼ਨ ਦੇ ਤੌਰ 'ਤੇ, ਪ੍ਰੋਫੈਸ਼ਨ ਦੇ ਤੌਰ 'ਤੇ ਉਹਨੂੰ ਯੂਜ਼ ਕਰੇਗਾ। ਠੀਕ ਹੈ, ਸਿੱਖਿਆ ਸਦਨ ਵੀ ਹੈ, ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਜਿਹੜਾ ਕਿ ਸਾਨੂੰ ਸਿੱਖਿਅਤ ਕਰਦਾ ਹੈ ਕਿ ਸਾਡੇ ਡਿਊਟੀਜ਼ ਕੀ ਨੇ, ਸਾਡੇ ਰਾਈਟਸ ਕੀ ਨੇ, ਸਾਡਾ ਕੰਮ ਕੀ ਹੈ, ਅਸੀਂ ਕਿੱਦਾਂ ਉਸ ਕੰਮ ਨੂੰ ਕਰਨਾ ਹੈ। ਠੀਕ ਹੈ, ਕਿਉਂਕਿ ਹਰ ਕਾਸਟ ਕੀ ਹੈ ਇੱਕ ਲਾਈਫ ਸਟਾਈਲ ਹੁੰਦਾ ਹੈ ਜਿਹਨੂੰ ਹਰ ਉਸ ਜਾਤ ਦੇ ਲੋਕਾਂ ਨੂੰ ਫੋਲੋ ਕਰਨਾ ਪੈਂਦਾ ਹੈ। ਠੀਕ ਹੈ, ਨੈਕਸਟ ਆ ਗਿਆ ਰਾਜਨੀਤਿਕ ਸਥਿਰਤਾ ਵੀ ਹੈ, ਕਿਉਂਕਿ ਹਰ ਕਾਸਟ ਦੇ ਵਿੱਚ ਕੁਛ ਨਾ ਕੁਛ ਐਸੇ ਸਟ੍ਰਿਕਟ ਰੂਲਸ ਹੁੰਦੇ ਨੇ ਜਿਹੜੇ ਕਿ ਉਸ ਜਾਤ ਨਾਲ ਸੰਬੰਧਿਤ ਲੋਕਾਂ ਨੂੰ ਮੰਨਣੇ ਪੈਂਦੇ ਆ। ਫੋਰ ਐਗਜ਼ਾਮਪਲ ਜਿਵੇਂ ਆਪਾਂ ਮੈਰਿਜ ਦੀ ਗੱਲ ਕੀਤੀ ਕਿ ਮੈਰਿਜ ਜਿਹੜੀ ਹੈ ਇੰਟਰਕਾਸਟ ਮੈਰਿਜ ਹੋਣੀ ਚਾਹੀਦੀ ਹੈ। ਅਗਰ ਕੋਈ ਇੰਟਰਕਾਸਟ ਮੈਰਿਜ ਜਾਂ ਬਾਹਰ ਕਰਦਾ ਹੈ, ਜਾਤ ਤੋਂ ਬਾਹਰ ਕਰਦਾ ਹੈ, ਅਤੇ ਉਹਨੂੰ ਪਨਿਸ਼ਮੈਂਟ ਦੇ ਤੌਰ 'ਤੇ ਜਾਤ ਤੋਂ ਬਾਹਰ, ਜਿਹਨੂੰ ਅਸੀਂ ਕਹਿੰਦੇ ਨਿਛੇਦ ਕਰ ਦਿੱਤਾ ਜਾਂਦਾ ਹੈ। ਠੀਕ ਹੈ, ਉਹਦਾ ਹੁੱਕਾ ਪਾਣੀ ਬੰਦ ਕਰ ਦੇਣਾ। ਇਹ ਕਾਹਦੇ ਵਾਸਤੇ ਹੈ? ਤਾਂ ਕਿ ਜਾਤ ਦੇ ਜਿਹੜੇ ਲੋਕ ਨੇ ਉਹ ਉਹਨਾਂ ਰੂਲਸ ਨੂੰ ਫੋਲੋ ਕਰਨ, ਤਾਂ ਕਿ ਸਿਸਟਮ ਜਿਹੜਾ ਹੈ ਉਹ ਪੂਰੇ ਤਰੀਕੇ ਨਾਲ ਰੈਗੂਲੇਟ ਹੁੰਦਾ ਰਹੇ। ਠੀਕ ਹੈ, ਨੈਕਸਟ ਆ ਗਿਆ ਧਾਰਮਿਕ ਸਥਿਰਤਾ ਕਿ ਹਰ ਜਾਤ ਦਾ ਇੱਕ ਕਲਚਰ ਹੁੰਦਾ ਹੈ, ਇੱਕ ਰਿਲੀਜਨ ਹੁੰਦਾ ਆ ਜਿਹਨੂੰ ਕਾਸਟ ਦੇ ਲੋਕਾਂ ਨੂੰ ਫੋਲੋ ਕਰਨਾ ਪੈਂਦਾ ਹੈ। ਠੀਕ ਹੈ, ਅੰਦਰੂਨੀ ਏਕਤਾ, ਇੰਟਰਨਲ ਯੂਨਿਟੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਕਿ ਲੋਕ ਆਪਸ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਭਾਵਨਾ ਦੇ ਨਾਲ ਰਹਿੰਦੇ ਹਨ ਔਰ ਆਪਸੀ ਸਹਿਯੋਗ ਜਿਹੜਾ ਹੈ ਉਹ ਦਿੰਦੇ ਹਨ। ਠੀਕ ਹੈ, ਤਾਂ ਕਿ ਇੱਕ ਜਾਤ ਦੇ ਲੋਕ ਆਪਣੀ ਜਾਤ ਨੂੰ ਜ਼ਿਆਦਾ ਪ੍ਰੋਗਰੈਸ ਜਿਹੜੀ ਹੈ ਉਹ ਲੈ ਕੇ ਆ ਸਕਣ। ਠੀਕ ਹੈ, ਅੱਜ ਅਸੀਂ ਬੇਟਾ ਕੀ ਕੀਤਾ ਹੈ, ਕਾਸਟ ਸਿਸਟਮ ਕੀਤਾ ਹੈ, ਉਹਦੀ ਇੰਟਰੋਡਕਸ਼ਨ ਕੀਤੀ ਹੈ, ਇੱਕ ਦੋ ਡੈਫੀਨੇਸ਼ਨਸ ਕੀਤੀਆਂ, ਉਸ ਤੋਂ ਬਾਅਦ ਅਸੀਂ ਕੀਤੇ ਫੀਚਰਸ ਕੀਤੇ ਕਾਸਟ ਸਿਸਟਮ ਦੇ। ਠੀਕ ਹੈ, ਔਰ ਉਸ ਤੋਂ ਬਾਅਦ ਆਪਾਂ ਫੰਕਸ਼ਨਸ ਕੀਤੇ ਕਾਸਟ ਸਿਸਟਮ ਦੇ ਕਿ ਕਾਸਟ ਸਿਸਟਮ ਜਿਹੜਾ ਹੈ ਕਿਸ ਤਰ੍ਹਾਂ ਸਾਡੇ ਸਮਾਜਿਕ ਔਰ ਜਿਹੜਾ ਵਿਅਕਤੀਗਤ ਜੀਵਨ ਹੈ ਉਹਦੇ ਵਿੱਚ ਹੈਲਪ ਕਰਦਾ ਹੈ। ਠੀਕ ਹੈ, ਨੈਕਸਟ ਅਸੀਂ ਗੱਲ ਕਰਾਂਗੇ ਚੇਂਜਿੰਗ ਪੈਟਰਨਸ ਆਫ ਕਾਸਟ ਸਿਸਟਮ। ਠੀਕ ਹੈ, ਤਦ ਤੱਕ ਦੇ ਲਈ ਓਕੇ ਬਾਏ।